ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਾਤਾ ਸਾਹਿਬ ਕੌਰ ਜੀ ਗੁਰੂ ਮਹਿਲਾਂ ਦੇ ਇਤਿਹਾਸ ਵਿੱਚ ਆਖਰੀ ਤੇ 13ਵੇਂ ਗੁਰੂ ਮਹਿਲ ਹਨ ਮਾਤਾ ਸਾਹਿਬ ਕੌਰ ਜੀ। ਪਿਛਲੇ 500 ਸਾਲਾਂ ਦੇ ਸਿੱਖ ਇਤਿਹਾਸ ਵਿੱਚ ਗੁਰੂ ਮਹਿਲਾਂ, ਗੁਰੂ ਪਰਿਵਾਰ ਦੀਆਂ ਨਾਰੀਆਂ ਤੇ ਸਿੱਖ ਜਗਤ ਦੀਆਂ ਹੋਰ ਇਤਿਹਾਸਕ ਨਾਰੀਆਂ ਵਿੱਚ ਮਾਤਾ ਸਾਹਿਬ ਕੌਰ ਜੀ ਦਾ ਸਥਾਨ ਨਿਵੇਕਲੇ ਕਿਸਮ ਦਾ ਹੈ। ਮਾਤਾ ਸਾਹਿਬ ਕੌਰ ਜੀ ਨੂੰ ਇਤਿਹਾਸ ਲੇਖਕਾਂ ਨੇ ਕੁਆਰਾ ਡੋਲਾ ਵੀ ਆਖਿਆ ਹੈ। ਇਹ ਅਨੋਖੀ ਕਿਸਮ ਦਾ ਗੁਰੂ ਗੋਬਿੰਦ ਸਿੰਘ ਜੀ ਨਾਲ ਸੰਜੋਗ ਹੈ। ਸੰਸਾਰ ਦੇ ਇਤਿਹਾਸ ਵਿੱਚ ਸ਼ਾਇਦ ਹੀ ਹੋਰ ਕੋਈ ਅਜਿਹੀ ਨਾਰੀ ਮਿਲੇ ਜਿਸ ਦਾ ਇਸ ਤਰ੍ਹਾਂ ਦਾ ਗ੍ਰਸਥੀ ਜੀਵਨ ਹੋਵੇ। ਇਹਦੇ ਨਾਲ ਹੀ ਹੋਰ ਕਿਸੇ ਗੁਰੂ ਮਹਿਲ ਨੂੰ ਖਾਲਸੇ ਦੀ ਮਾਤਾ ਦਾ ਵਰ ਮਿਲਿਆ ਹੋਵੇ। ਉਂਝ ਤਾਂ ਲਗਭਗ ਸਾਰੇ ਗੁਰੂ ਮਹਿਲਾਂ ਦੇ ਵੇਰਵੇ ਸਹਿਤ ਸਮਾਚਾਰ ਕਿਸੇ ਨੇ ਇਕੱਤਰ ਨਹੀਂ ਕੀਤੇ, ਜਿਸ ਕਾਰਨ ਕਈ ਪੱਖਾਂ ਤੋਂ ਅਧੂਰੀ ਜਾਣਕਾਰੀ ਪੁਰਾਣੀਆਂ ਇਤਿਹਾਸਕ ਲਿਖਤਾਂ ਵਿੱਚੋਂ ਮਿਲਦੀ ਹੈ। ਮਾਤਾ ਸਾਹਿਬ ਕੌਰ ਜੀ ਬਾਰੇ ਸਿੱਖ ਇਤਿਹਾਸ ਦੇ ਸਾਰੇ ਸੋਮਿਆਂ ਵਿੱਚ ਮਿਲਦਾ ਹੈ, ਪਰ ਇਸ ਸਾਰੀ ਜਾਣਕਾਰੀ ਵਿੱਚ ਇੱਕ ਦੂਜੇ ਨਾਲੋਂ ਫਰਕ ਹੈ। ਮਾਤਾ ਸਾਹਿਬ ਕੌਰ ਜੀ ਦੇ ਜਨਮ, ਮਾਪਿਆਂ, ਗੁਰੂ ਮਹਿਲ ਬਣਨ, ਅੰਮ੍ਰਿਤ ਤਿਆਰ ਕਰਨ ਵੇਲੇ ਪਤਾਸੇ ਪਾਉਣ ਤੋਂ ਲੈ ਕੇ ਅਕਾਲ ਚਲਾਣੇ ਤੱਕ ਸਭ ਲੇਖਕ ਇੱਕ ਮਤ ਨਹੀਂ ਹਨ। ਭਾਈ ਕਾਨ ਸਿੰਘ ਨਾਭਾ ਨੇ ਮਹਾਨ ਕੋਸ਼ ਵਿੱਚ ਲਿਖਿਆ ਹੈ ਕਿ ਮਾਤਾ ਸਾਹਿਬ ਕੌਰ ਜੀ ਦਾ ਜਨਮ ਪਿਤਾ ਰਾਮਾ ਗੋਤ ਬੱਸੀ ਦੇ ਘਰ ਰੋਹਤਾਸ ਵਿੱਚ ਹੋਇਆ। ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਪਿਤਾ ਦਾ ਨਾਂ ਭਾਈ ਸੰਤੋਖ ਸਿੰਘ ਨੇ ਭਾਈ ਰਾਵਾ ਸਿੰਘ ਲਿਖਿਆ ਹੈ। ਭਾਈ ਕਰਮ ਸਿੰਘ ਹਿਸਟੋਰੀਅਨ ਨੇ ਪਿਤਾ ਦਾ ਨਾਂ ਰਾਮ ਖੱਤਰੀ ਰੋਹਤਾਸ ਵਿੱਚ ਵਪਾਰ ਦਾ ਕੰਮ ਕਰਦਾ ਲਿਖਿਆ ਹੈ। ਗਿਆਨੀ ਹਰੀ ਸਿੰਘ ਮਾਤਾ ਸਾਹਿਬ ਕੌਰ ਪੁਸਤਕ ਵਿੱਚ ਲਿਖਦੇ ਹਨ ਕਿ ਮਾਤਾ ਸਾਹਿਬ ਕੌਰ ਦਾ ਜਨਮ 18 ਕੱਤਕ ਸੰਮਤ 1738 ਬਿਕਰਮੀ 1681 ਈਸਵੀ ਬੁੱਧਵਾਰ ਅੰਮ੍ਰਿਤ ਵੇਲੇ ਭਾਈ ਰਾਮੂ ਦੇ ਘਰ ਮਾਤਾ ਜਸ ਦੇਵੀ ਦੀ ਪਵਿੱਤਰ ਕੁੱਖੋਂ ਰੋਹਤਾਸ ਨਗਰ, ਜ਼ਿਲ੍ਹਾ ਜੇਹਲਮ, ਪਾਕਿਸਤਾਨ ਵਿੱਚ ਹੋਇਆ। ਉਹਨਾਂ ਦਾ ਨਾਂ ਗੁਰੂ ਕੀ ਸੰਗਤ ਵਿੱਚ ਸਾਹਿਬ ਦੇਵੀ ਰੱਖਿਆ ਗਿਆ, ਜੋ ਅੰਮ੍ਰਿਤ ਛਕ ਕੇ ਗੁਰੂ ਮਹਿਲ ਬਣਨ ਸਮੇਂ ਸਾਹਿਬ ਕੌਰ ਬਣ ਗਏ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਪ੍ਰਕਾਸ਼ਿਤ ਸਿੱਖ ਇਤਿਹਾਸ ਵਿੱਚ ਇਹ ਲਿਖਿਆ ਹੈ ਕਿ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਤੀਜਾ ਵਿਆਹ ਰੋਹਤਾਸ ਨਿਵਾਸੀ ਸ੍ਰੀ ਰਾਮ ਬੱਸੀ ਖੱਤਰੀ ਦੀ ਸਪੁੱਤਰੀ ਮਾਤਾ ਸਾਹਿਬ ਦੇਵੀ ਜੀ ਨਾਲ ਸੰਮਤ 1757 ਵਿੱਚ ਹੋਇਆ। ਇਹਨਾਂ ਦੀ ਮਾਤਾ ਜੀ ਤੇ ਜਨਮ ਸਾਲ ਦਾ ਕੋਈ ਜ਼ਿਕਰ ਨਹੀਂ ਕੀਤਾ। ਸਾਹਿਬ ਕੌਰ ਜੀ ਦੇ ਜਨਮ ਦਾ ਪਿਛੋਕੜ ਤੇ ਮਾਪਿਆਂ ਦੇ ਵਚਨ ਦੀ ਵਿਸਥਾਰ ਨਾਲ ਵਿਥਿਆ ਸਰਦਾਰ ਕਰਮ ਸਿੰਘ ਹਿਸਟੋਰੀਅਨ ਨੇ ਹੀ ਬਿਆਨ ਕੀਤੀ ਹੈ। ਭਾਈ ਕਰਮ ਸਿੰਘ ਹਿਸਟੋਰੀਅਨ ਨੇ ਗੁਰੂ ਕੇ ਮਹਿਲ ਵਿੱਚ ਉਹਨਾਂ ਦੇ ਜਨਮ ਦੀ ਸਾਖੀ ਇਸ ਤਰ੍ਹਾਂ ਲਿਖੀ ਹੈ ਕਿ ਭਾਈ ਰਾਮਾ ਖੱਤਰੀ ਰੋਹਤਾਸ ਵਿੱਚ ਵਪਾਰ ਦਾ ਕੰਮ ਕਰਦਾ ਸੀ। ਉਸ ਦੇ ਘਰ ਸਭ ਸੁੱਖ ਸਨ, ਪਰ ਔਲਾਦ ਨਹੀਂ ਸੀ। ਉਹ ਮੰਨਤਾਂ ਮਨੌਤਾਂ ਮੰਨਦੇ। ਧਨੀ ਪੋਠੋਹਾਰ ਦੀ ਸੰਗਤ ਨਾਲ ਕੱਤਕ ਸੰਮਤ 1736 ਵਿੱਚ ਗੁਰਦਰਸ਼ਨ ਲਈ ਸ੍ਰੀ ਅਨੰਦਪੁਰ ਸਾਹਿਬ ਆਏ। ਪ੍ਰਸ਼ਾਦ ਕਰਕੇ ਗੁਰੂ ਦਰਬਾਰ ਵਿੱਚ ਹਾਜ਼ਰੀ ਭਰ ਕੇ ਸੰਤਾਨ ਪ੍ਰਾਪਤੀ ਲਈ ਅਰਦਾਸ ਕੀਤੀ ਅਤੇ ਕਿਹਾ ਕਿ ਆਪ ਦੀ ਬਖਸ਼ੀ ਹੋਈ ਸੰਤਾਨ ਆਪ ਨੂੰ ਆਪ ਦੇ ਦਰ ਤੇ ਭੇਟ ਕੀਤੀ ਜਾਵੇਗੀ। ਗੁਰੂ ਜੀ ਮੁਸਕਰਾਏ ਤੇ ਵਰ ਬਖਸ਼ਿਆ, ਤੇਰੀ ਭਾਵਨਾ ਪੂਰੀ ਹੋਵੇਗੀ। ਗੁਰੂ ਜੀ ਦੇ ਵਰ ਸਦਕਾ ਉਹਨਾਂ ਦੇ ਘਰ ਇੱਕ ਪੁੱਤਰੀ ਤੇ ਪੁੱਤਰ ਦਾ ਜਨਮ ਹੋਇਆ। ਗੁਰੂ ਕੇ ਮਹਿਲ ਅਨੁਸਾਰ ਬੱਚੀ ਦਾ ਨਾਂ ਰੱਖਣ ਸਮੇਂ ਭਾਈ ਰਾਮਾ ਨੇ ਸੰਗਤ ਵਿੱਚ ਸੰਕਲਪ ਕੀਤਾ ਕਿ ਇਹ ਬੱਚੀ ਸਾਹਿਬਾਂ ਨੇ ਬਖਸ਼ੀ ਹੈ ਅਤੇ ਇਸ ਦਾ ਡੋਲਾ ਵੀ ਗੁਰੂ ਜੀ ਨੂੰ ਭੇਟ ਕੀਤਾ ਜਾਵੇਗਾ। ਉਹਨਾਂ ਦੇ ਸੰਕਲਪ ਕਾਰਨ ਸੰਗਤ ਤੇ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਅਤੇ ਉਹ ਉਸ ਨੂੰ ਉਸੇ ਦਿਨ ਤੋਂ ਹੀ ਮਾਤਾ ਕਰਕੇ ਸੰਬੋਧਨ ਕਰਨ ਲੱਗ ਪਏ। ਜਦੋਂ ਪੁੱਤਰ ਜੰਮਿਆ ਤਾਂ ਉਸ ਦਾ ਨਾਂ ਵੀ ਸਾਹਿਬ ਰਾਏ ਰੱਖਿਆ।
ਅੰਮ੍ਰਿਤ ਛਕਣ ਪਿੱਛੋਂ ਸਾਹਿਬ ਦੇਵਾਂ ਦਾ ਨਾਂ ਸਾਹਿਬ ਕੌਰ ਅਤੇ ਸਾਹਿਬ ਰਾਏ ਦਾ ਨਾਂ ਸਾਹਿਬ ਸਿੰਘ ਹੋ ਗਿਆ। ਇਸੇ ਤਰ੍ਹਾਂ ਦੇ ਵਿਚਾਰ ਪੋਥੀ ਗੁਰਬਿਲਾਸ ਸਾਖੀ 100 ਪੰਨਾ 326 ਵਿੱਚ ਪ੍ਰਗਟ ਕੀਤੇ ਹਨ। ਪੁਰਾਤਨ ਸਾਖੀਕਾਰਾਂ ਅਨੁਸਾਰ ਸਾਹਿਬ ਦੇਵਾਂ ਸਰਬ ਗੁਣ ਭਰਪੂਰ ਸੀ। ਅੰਗ ਮੋਕਲੇ, ਸੁਡੌਲ ਸਰੀਰ, ਨੂਰਾਨੀ ਚਿਹਰਾ ਤੇ ਨਕਸ਼ ਸੁੰਦਰ ਸਨ। ਆਪ ਮਿੱਠ ਬੋਲੇ ਹੋਣ ਦੇ ਨਾਲ ਨਾਲ ਨਿਮਰਤਾ, ਸਬਰ ਤੇ ਸੰਤੋਖ ਦੀ ਮੂਰਤ ਸਨ। ਸ਼ਖਸੀਅਤ ਪਰਿਵਾਰ ਤੇ ਸੰਗਤ ਵਿੱਚ ਹਰਮਨ ਪਿਆਰੀ ਸੀ। ਗਿਆਨੀ ਹਰੀ ਸਿੰਘ ਚੰਡੀਗੜ੍ਹ ਸਾਹਿਬ ਦੇਵਾਂ ਦੇ ਬਾਲਪਨ ਦਾ ਜ਼ਿਕਰ ਕਰਦਿਆਂ ਲਿਖਦੇ ਹਨ, ਸਾਹਿਬ ਦੇਵਾਂ ਨੂੰ ਬਾਲ ਅਵਸਥਾ ਵਿੱਚ ਹੀ ਪੰਜਾਬੀ ਗੁਰਮੁਖੀ ਅੱਖਰ ਪੜ੍ਹਨ ਲਾਇਆ ਸੀ। ਗੁਰਬਾਣੀ ਤੇ ਗੁਰ ਇਤਿਹਾਸ ਦਾ ਬੋਧ ਉਹਨਾਂ ਨੂੰ ਛੋਟੀ ਉਮਰ ਵਿੱਚ ਹੀ ਹੋ ਗਿਆ ਸੀ। ਜਦੋਂ ਉਹ ਸੰਗਤ ਵਿੱਚ ਬਾਣੀ ਦਾ ਪਾਠ ਕਰਦੇ ਤਾਂ ਸਰੋਤੇ ਝੂਮ ਉੱਠਦੇ ਸਨ। ਉਹ ਘੱਟ ਬੋਲਦੇ ਪਰ ਵਧੇਰੇ ਸਮਾਂ ਆਪਣੀ ਮਾਤਾ ਨਾਲ ਗੁਰ ਅਸਥਾਨ ਉੱਤੇ ਸੇਵਾ ਵਿੱਚ ਜਾਂ ਪਾਠ ਕਰਦਿਆਂ ਬਿਤਾਉਂਦੇ ਸਨ। ਸਾਰੇ ਇਤਿਹਾਸਕਾਰ ਇਸ ਤੱਥ ਨਾਲ ਸਹਿਮਤ ਹਨ ਕਿ ਸਾਹਿਬ ਦੇਵਾਂ ਜੀ ਦਾ ਗੁਰੂ ਮਹਿਲ ਬਣਨ ਦਾ ਸਾਲ ਸੰਨ 1702 ਈਸਵੀ ਹੈ। ਕਈਆਂ ਨੇ ਇਸ ਨੂੰ ਉਸੇ ਅਨੁਸਾਰ ਲਿਖਿਆ ਹੈ। ਇਹ ਸਮਾਂ ਕਿਵੇਂ ਸੰਪੂਰਨ ਹੋਇਆ, ਇਸ ਬਾਰੇ ਸਿੱਖ ਇਤਿਹਾਸ ਭਾਗ ਪਹਿਲਾ ਵਿੱਚ ਬਿਆਨ ਕਰਦੇ ਹਨ। 1757 ਸੰਮਤ ਵਿੱਚ ਮਾਤਾ ਜੀਤੋ ਜੀ ਦੇ ਅਕਾਲ ਚਲਾਣੇ ਪਿੱਛੋਂ ਮਾਤਾ ਸਾਹਿਬ ਦੇਵਾਂ ਜੀ ਦੇ ਪਿਤਾ ਨੇ ਗੁਰੂ ਜੀ ਅੱਗੇ ਬੇਨਤੀ ਕੀਤੀ, ਸੱਚੇ ਪਾਤਸ਼ਾਹ, ਮੈਂ ਆਪਣੀ ਧੀ ਸਾਹਿਬ ਦੇਵੀ ਜੰਮਦੀ ਨੂੰ ਹੀ ਆਪ ਦੇ ਅਰਪਣ ਕੀਤਾ ਹੋਇਆ ਹੈ। ਆਪ ਇਹ ਸਾਕ ਪ੍ਰਵਾਨ ਕਰੋ। ਲੋਕ ਸਭ ਇਸ ਨੂੰ ਮਾਤਾ ਜੀ ਕਹਿੰਦੇ ਹਨ। ਆਪ ਬਿਨਾਂ ਇਹਨੂੰ ਹੋਰ ਕੋਈ ਨਹੀਂ ਵਰੇ ਵਿਆਹੇਗਾ। ਗੁਰੂ ਦਸਮੇਸ਼ ਜੀ ਨੇ ਉੱਤਰ ਦਿੱਤਾ, ਅਸਾਂ ਹੁਣ ਬ੍ਰਹਮਚਰਜ ਧਾਰ ਲਿਆ ਹੈ ਤਾਂ ਜੋ ਅਸੀਂ ਆਪਣਾ ਪੂਰਾ ਵਿੱਤ ਧਰਮ ਤੇ ਦੇਸ਼ ਦੀ ਸੇਵਾ ਉੱਪਰ ਖਰਚ ਕਰ ਸਕੀਏ। ਇਸ ਕਰਕੇ ਹੁਣ ਵਿਆਹਾਂ ਵਰਗਾ ਵਿਆਹ ਤਾਂ ਨਹੀਂ ਕਰਵਾ ਸਕਦੇ। ਹਾਂ, ਜੇ ਤੁਹਾਡੀ ਧੀ ਵੀ ਸਾਰੀ ਉਮਰ ਇੱਕ ਤਰ੍ਹਾਂ ਦਾ ਕੁਆਰਾਪਣ ਧਾਰ ਸਕਦੀ ਹੈ, ਸਰੀਰਕ ਮੇਲ ਦੀ ਥਾਂ ਸਾਡੇ ਨਾਲ ਆਤਮਿਕ ਮੇਲ ਪ੍ਰਵਾਨ ਕਰਦੀ ਹੈ, ਤਾਂ ਸਾਨੂੰ ਤੁਹਾਡੀ ਪ੍ਰਸੰਨਤਾ ਲਈ ਉਸ ਨੂੰ ਵਰਨ ਵਿੱਚ ਕੋਈ ਇਤਰਾਜ਼ ਨਹੀਂ। ਇਹਨਾਂ ਸ਼ਰਤਾਂ ਉੱਤੇ ਮਾਤਾ ਸਾਹਿਬ ਦੇਵਾਂ ਜੀ ਨਾਲ ਗੁਰੂ ਗੋਬਿੰਦ ਸਿੰਘ ਜੀ ਦਾ ਵਿਆਹ ਹੋਇਆ। ਮਾਤਾ ਸਾਹਿਬ ਦੇਵਾਂ ਜੀ ਨੂੰ ਸਿੱਖ ਤੇ ਗੈਰ ਸਿੱਖ ਇਤਿਹਾਸਕਾਰਾਂ ਨੇ ਕੁਆਰਾ ਡੋਲਾ ਕਰਕੇ ਲਿਖਿਆ ਹੈ। ਆਪ ਵਿਆਹ ਹੋਏ ਵੀ ਕੁਆਰੇ ਹੀ ਰਹੇ। ਇਤਿਹਾਸਕਾਰਾਂ ਤੇ ਸਾਖੀਕਾਰਾਂ ਨੂੰ ਇੱਕ ਵੱਡਾ ਟੱਪਲਾ ਇਹ ਲੱਗਾ ਹੈ ਕਿ ਜਦੋਂ 1699 ਵਿੱਚ ਕਲਗੀਧਰ ਪਾਤਸ਼ਾਹ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਨ ਲੱਗੇ ਤਾਂ ਮਾਤਾ ਸਾਹਿਬ ਦੇਵਾਂ ਜੀ ਨੇ ਆ ਕੇ ਅੰਮ੍ਰਿਤ ਜਲ ਵਿੱਚ ਪਤਾਸੇ ਪਾਏ, ਜਦ ਕਿ ਉਹਨਾਂ ਦਾ ਵਿਆਹ ਹੀ 1 ਸਾਲ ਪਿੱਛੋਂ ਹੋਇਆ। ਪਿਛਲੇ ਕੁਝ ਸਾਲਾਂ ਵਿੱਚ ਜਿੱਥੇ ਹੋਰ ਕਈ ਇਤਿਹਾਸਕ ਭੁਲੇਖਿਆਂ ਬਾਰੇ ਸਪਸ਼ਟੀਕਰਨ ਆ ਗਿਆ ਹੈ, ਉੱਥੇ ਇਹ ਵੀ ਸਾਫ਼ ਹੋ ਗਿਆ ਹੈ ਕਿ ਖੰਡੇ ਬਾਟੇ ਦਾ ਅੰਮ੍ਰਿਤ ਹੋਣ ਸਮੇਂ ਪਤਾਸੇ ਪਾਉਣ ਦੀ ਸੇਵਾ ਮਾਤਾ ਅਜੀਤ ਕੌਰ ਜੀ ਨੇ ਕੀਤੀ ਸੀ। ਫੇਰ ਵੀ ਕਈ ਇਤਿਹਾਸਕਾਰ ਅਜੇ ਵੀ ਦੋ ਪਾਸੜ ਗੱਲਾਂ ਕਰ ਰਹੇ ਹਨ। ਦਿੱਲੀ ਦੇ ਪ੍ਰਸਿੱਧ ਇਤਿਹਾਸ ਲੇਖਕ ਹਰਬੰਸ ਸਿੰਘ ਚਾਵਲਾ ਦਾ ਇੱਕ ਲੇਖ ਮਾਤਾ ਸਾਹਿਬ ਕੌਰ ਜੀ ਬਾਰੇ ਪੰਜਾਬੀ ਡਾਈਜੈਸਟ ਦੇ ਜੂਨ 1999 ਦੇ ਅੰਕ ਵਿੱਚ ਪ੍ਰਕਾਸ਼ਿਤ ਹੋਇਆ, ਸਾਡੀ ਨਜ਼ਰੀ ਗੁਜ਼ਰਿਆ। ਉਸ ਵਿੱਚ ਉਹ ਸੰਨ 1699 ਈਸਵੀ ਨੂੰ ਅੰਮ੍ਰਿਤ ਦੀ ਤਿਆਰੀ ਸਮੇਂ ਪਤਾਸੇ ਮਾਤਾ ਸਾਹਿਬ ਕੌਰ ਜੀ ਨੇ ਪਾਏ ਲਿਖਦੇ ਹਨ। ਪਰ ਇਸੇ ਲੇਖ ਵਿੱਚ ਉਹ ਇਹ ਵੀ ਮੰਨਦੇ ਹਨ ਕਿ ਮਾਤਾ ਸਾਹਿਬ ਕੌਰ ਜੀ ਦਾ ਵਿਆਹ 1700 ਈਸਵੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਹੋਇਆ। ਇਸੇ ਲੇਖ ਉੱਪਰ ਦਿੱਤੀ ਤਸਵੀਰ ਹੇਠਾਂ ਦਿੱਤੀ ਕੈਪਸ਼ਨ ਪਤਾਸੇ ਪਾਉਂਦੀ ਹੋਈ ਮਾਤਾ ਸਾਹਿਬ ਕੌਰ ਦਿਖਾਈ ਹੈ। ਹੋ ਸਕਦਾ ਹੈ ਉਹ ਚਾਵਲਾ ਜੀ ਦੀ ਲਿਖਤ ਨਾ ਹੋਵੇ, ਸਗੋਂ ਸੰਪਾਦਕ ਦੀ ਆਪਣੇ ਵੱਲੋਂ ਦਿੱਤੀ ਜਾਣਕਾਰੀ ਹੋਵੇ। ਸਾਹਿਬ ਕੌਰ ਜੀ ਦੇ ਗੁਰੂ ਗੋਬਿੰਦ ਸਿੰਘ ਜੀ ਨਾਲ ਆਨੰਦ ਕਾਰਜ ਬਾਰੇ ਕਵੀ ਸੈਨਾਪਤੀ ਸ੍ਰੀ ਗੁਰੂ ਸੋਭਾ ਗ੍ਰੰਥ
ਸੰਪਾਦਕ ਡਾਕਟਰ ਗੰਡਾ ਸਿੰਘ ਵਿੱਚ ਲਿਖਦਾ ਹੈ ਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੱਖਣ ਵੱਲ ਕੂਚ ਕਰਦੇ ਕਰਦੇ ਰਾਜਪੂਤਾਣੇ ਪੁੱਜੇ ਤਾਂ ਕੁਝ ਸਿੱਖਾਂ ਦੇ ਕਹਿਣ ਤੇ ਉਹਨਾਂ ਦਾ ਆਨੰਦ ਕਾਰਜ ਕਰਵਾਇਆ ਗਿਆ, ਕਿਉਂਕਿ ਮਾਤਾ ਸਾਹਿਬ ਕੌਰ ਜੀ ਦੇ ਜੀਵਨ ਬਾਰੇ ਭੁਲੇਖੇ ਮੁੱਢ ਤੋਂ ਹੀ ਪੈਣੇ ਸ਼ੁਰੂ ਹੋ ਗਏ ਸਨ। ਸ੍ਰੀ ਅਨੰਦਪੁਰ ਸਾਹਿਬ ਗੁਰੂ ਕੇ ਮਹਿਲ ਬਣਨ ਪਿੱਛੋਂ ਉਹਨਾਂ ਦੇ ਨਿਤ ਕਰਮ ਬਾਰੇ ਲਿਖਿਆ ਮਿਲਦਾ ਹੈ ਕਿ ਵਿਆਹ ਪਿੱਛੋਂ ਗੁਰੂ ਕੇ ਮਹਿਲਾਂ ਵਿੱਚ ਪਹੁੰਚਦਿਆਂ ਹੀ ਮਾਤਾ ਜੀ ਨੇ ਪ੍ਰਣ ਕਰ ਲਿਆ ਸੀ ਕਿ ਉਹ ਗੁਰਦੇਵ ਪਤੀ ਦੇ ਦਰਸ਼ਨ ਕੀਤੇ ਬਿਨਾਂ ਅੰਨ ਜਲ ਮੂੰਹ ਨਹੀਂ ਲਗਾਉਣਗੇ। 1704 ਈਸਵੀ ਵਿੱਚ ਸ੍ਰੀ ਅਨੰਦਪੁਰ ਸਾਹਿਬ ਦਾ ਕਿਲਾ ਛੱਡਣ ਤੇ ਸਰਸਾ ਨਦੀ ਤੇ ਪਰਿਵਾਰ ਵਿਛੋੜੇ ਤੱਕ ਆਪ ਇਸ ਪ੍ਰਣ ਤੇ ਕਾਇਮ ਰਹੇ। ਜਿਸ ਦਿਨ ਆਪ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਨਾ ਕਰ ਸਕਦੇ, ਉਸ ਦਿਨ ਅੰਨ ਜਲ ਦਾ ਸੇਵਨ ਨਹੀਂ ਸਨ ਕਰਦੇ। ਆਪ ਮਾਤਾ ਗੁਜਰ ਕੌਰ ਜੀ ਤੇ ਸਿੱਖ ਸੰਗਤਾਂ ਦੀ ਸੇਵਾ ਕਰਕੇ ਬੇਹੱਦ ਖੁਸ਼ੀ ਮਹਿਸੂਸ ਕਰਦੇ। ਮਾਤਾ ਜੀ ਦਾ ਬਹੁਤਾ ਸਮਾਂ ਨਾਮ ਸਿਮਰਨ, ਮਾਤਾ ਗੁਜਰੀ ਜੀ ਦੀ ਸੇਵਾ ਅਤੇ ਗੁਰੂ ਦਰਸ਼ਨ ਨੂੰ ਆਈਆਂ ਸੰਗਤਾਂ ਦੀ ਸੇਵਾ ਤੇ ਦੇਖਭਾਲ ਵਿੱਚ ਜੁਟੇ ਰਹਿੰਦੇ। ਹਮੇਸ਼ਾ ਨਿਤਾ ਪ੍ਰਤੀ ਇਸ ਕੰਮ ਵਿੱਚ ਇਹਨਾਂ ਦਾ ਸਮਾਂ ਬੀਤਦਾ। ਮਾਤਾ ਸਾਹਿਬ ਕੌਰ ਜੀ ਮਾਤਾ ਸੁੰਦਰ ਕੌਰ ਜੀ ਨੂੰ ਵੱਡੀ ਭੈਣ ਸਮਝਦੇ ਸਨ। ਉਹਨਾਂ ਦਾ ਬਹੁਤ ਸਤਿਕਾਰ ਕਰਦੇ। ਆਪ ਦਾ ਚਿਹਰਾ ਹਸੂ ਕਰਦਾ ਤੇ ਫੁੱਲਾਂ ਵਾਂਗ ਖਿੜਿਆ ਰਹਿੰਦਾ। ਘਰ ਵਿੱਚ ਛੋਟੀ ਨੂੰਹ ਹੋਣ ਕਰਕੇ ਮਾਤਾ ਗੁਜਰ ਕੌਰ ਜੀ ਦਾ ਆਪ ਨਾਲ ਅਥਾਹ ਪਿਆਰ ਸੀ। ਮਾਤਾ ਸਾਹਿਬ ਕੌਰ ਜੀ ਹਮੇਸ਼ਾ ਗੁਰੂ ਘਰ ਦੇ ਸੇਵਾਦਾਰਾਂ ਤੇ ਟਹਿਲਣਾ ਨਾਲ ਹਮਦਰਦੀ ਨਾਲ ਪੇਸ਼ ਆਉਂਦੇ। ਮਾਤਾ ਸਾਹਿਬ ਕੌਰ ਜੀ ਨੂੰ ਖਾਲਸੇ ਦੀ ਮਾਤਾ ਹੋਣ ਦਾ ਵਰ ਮਿਲਣ ਬਾਰੇ ਡਾਕਟਰ ਹਰਬੰਸ ਸਿੰਘ ਚਾਵਲਾ ਲਿਖਦੇ ਹਨ, ਮਾਤਾ ਸਾਹਿਬ ਕੌਰ ਦੁਆਰਾ ਸੰਤਾਨ ਦੀ ਲਾਲਸਾ ਪ੍ਰਗਟ ਕਰਨਾ, ਗੁਰੂ ਜੀ ਵੱਲੋਂ ਖਾਲਸਾ ਪੁੱਤਰ ਉਹਨਾਂ ਦੀ ਝੋਲੀ ਵਿੱਚ ਪਾ ਦੇਣਾ, ਦਰਅਸਲ ਗੁਰੂ ਜੀ ਵੱਲੋਂ ਮਿੱਥੇ ਨਿਸ਼ਾਨੇ ਦਾ ਮਹੱਤਵਪੂਰਨ ਅੰਗ ਸੀ। ਜੁਗਾਂ ਜੁਗਾਂਤਰਾਂ ਤੱਕ ਕਾਇਮ ਰਹਿਣ ਵਾਲੇ ਖਾਲਸਾ ਪੁੱਤਰ ਦੀ ਮਾਂ ਕੋਈ ਆਦਰਸ਼ਕ ਪਤਨੀ ਹੀ ਹੋ ਸਕਦੀ ਸੀ। ਇਹ ਮਾਣ ਮਾਤਾ ਸਾਹਿਬ ਕੌਰ ਜੀ ਨੂੰ ਬਖਸ਼ ਕੇ ਸਦਾ ਲਈ ਪੁੱਤਰਾਂ ਵਾਲੀ ਬਣਾ ਦਿੱਤਾ ਸੀ। ਕਿਸੇ ਨੇ ਇਸ ਘਟਨਾ ਨੂੰ ਸ੍ਰੀ ਅਨੰਦਪੁਰ ਸਾਹਿਬ, ਕਿਸੇ ਨੇ ਦਿੱਲੀ ਅਤੇ ਕਿਸੇ ਨੇ ਤਲਵੰਡੀ ਸਾਬੋਂ ਦਮਦਮਾ ਸਾਹਿਬ ਵਿਖੇ ਹੋਈ ਲਿਖਿਆ ਹੈ। ਪਰ ਗੁਰੂ ਗੋਬਿੰਦ ਸਿੰਘ ਜੀ ਨੇ ਕਦੋਂ ਨਾਦੀ ਪੁੱਤਰ ਖਾਲਸਾ ਮਾਤਾ ਜੀ ਦੀ ਝੋਲੀ ਪਾਇਆ, ਇਸ ਬਾਰੇ ਕੋਈ ਇੱਕ ਤਿਥੀ ਨਿਯਤ ਕਰ ਸਕਣੀ ਸੰਭਵ ਨਹੀਂ। ਗਿਆਨੀ ਹਰੀ ਸਿੰਘ ਚੰਡੀਗੜ੍ਹ ਇਹ ਘਟਨਾ ਸ੍ਰੀ ਅਨੰਦਪੁਰ ਸਾਹਿਬ ਵਿੱਚ ਹੋਈ ਇਸ ਤਰ੍ਹਾਂ ਬਿਆਨ ਕਰਦੇ ਹਨ। ਇੱਕ ਦਿਨ ਗੁਰੂ ਜੀ ਮਹਿਲੀਂ ਆਏ। ਜਦੋਂ ਪਲੰਘ ਕੋਲ ਬੈਠੇ ਤਾਂ ਉਹਨਾਂ ਦੇ ਚਰਨਾਂ ਕੋਲ ਬੈਠ ਕੇ ਮਾਤਾ ਸਾਹਿਬ ਕੌਰ ਜੀ ਰੋਣ ਲੱਗ ਪਏ। ਗੁਰੂ ਜੀ ਨੇ ਦਿਲਾਸਾ ਦੇ ਕੇ ਪੁੱਛਿਆ ਕਿ ਕੀ ਗੱਲ ਹੈ, ਖੁੱਲ੍ਹ ਕੇ ਦੱਸੋ, ਰੋਣ ਦੀ ਕੀ ਗੱਲ ਹੈ। ਮਾਤਾ ਜੀ ਨੇ ਕਿਹਾ ਕਿ ਮੇਰੀ ਇਹ ਰੀਝ ਹੈ ਕਿ ਮੈਨੂੰ ਇੱਕ ਪੁੱਤਰ ਦੀ ਦਾਤ ਬਖਸ਼ ਦਿਓ। ਦਸਮੇਸ਼ ਪਿਤਾ ਇਹ ਬੇਨਤੀ ਸੁਣ ਕੇ ਹੱਸ ਪਏ ਤੇ ਕਿਹਾ, ਭਲੀਏ ਲੋਕੇ, ਇਹ ਸੰਸਾਰਕ ਕੱਚੀ ਤੰਦ ਲਈ ਪ੍ਰਣ ਨਹੀਂ ਤੋੜਿਆ ਜਾ ਸਕਦਾ, ਪਰ ਤੇਰੀ ਇੱਛਾ ਵੀ ਟਾਲੀ ਨਹੀਂ ਜਾਂਦੀ। ਇਸ ਲਈ ਮੈਂ ਆਪਣਾ ਧਰਮ ਪੁੱਤਰ ਖਾਲਸਾ ਪੰਥ ਤੇਰੀ ਝੋਲੀ ਵਿੱਚ ਪਾਉਂਦਾ ਹਾਂ, ਜੋ ਸਦਾ ਅਮਰ ਰਹੇਗਾ ਤੇ ਉਸ ਨਾਲ ਤੇਰਾ ਨਾਂ ਵੀ ਅਟੱਲ ਰਹੇਗਾ। ਮਹਿਲਾਂ ਤੋਂ ਪਰਤ ਕੇ ਦਸਮੇਸ਼ ਪਿਤਾ ਸਜੇ ਹੋਏ ਦੀਵਾਨ ਵਿੱਚ ਆਏ ਤੇ ਸਮੂਹ ਸੰਗਤ ਵਿੱਚ ਐਲਾਨ ਕੀਤਾ ਕਿ ਅੱਜ ਤੋਂ ਹਰੇਕ ਅੰਮ੍ਰਿਤਧਾਰੀ ਸਿੰਘ ਦੀ ਮਾਤਾ ਸਾਹਿਬ ਕੌਰ ਜੀ ਹੋਣਗੇ। ਪੰਥ ਉਹਨਾਂ ਦੀ ਗੋਦੀ ਵਿੱਚ ਪਾ ਦਿੱਤਾ ਹੈ। ਅੱਜ ਤੋਂ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਆਪਾ ਵਾਰਨ ਦਾ ਪ੍ਰਣ ਲੈਣ ਵਾਲੇ ਸਿੰਘਾਂ ਨੂੰ ਦੱਸਿਆ ਜਾਵੇ ਕਿ ਉਹਨਾਂ ਦੀ ਧਰਮ ਮਾਤਾ ਸਾਹਿਬ ਕੌਰ ਜੀ ਹੈ। ਗੁਰੂ ਸਾਹਿਬ ਦਾ ਹੁਕਮ ਸੁਣ ਕੇ ਸੰਗਤਾਂ ਨੇ ਜੈਕਾਰੇ ਗਜਾਏ ਅਤੇ ਅਰਦਾਸ ਕੀਤੀ ਕਿ ਜਦ ਤੱਕ ਖਾਲਸਾ ਕਾਇਮ ਰਹੇਗਾ, ਉਸ ਨੂੰ ਆਪਣੀ ਧਰਮ ਮਾਤਾ ਦਾ ਪਿਆਰ ਤੇ ਆਸ਼ੀਰਵਾਦ ਪ੍ਰਾਪਤ ਰਹੇਗਾ। ਸੰਗਤ ਨੇ ਉੱਠ ਕੇ ਮਾਤਾ ਜੀ ਅੱਗੇ ਸੀਸ ਝੁਕਾਇਆ। ਗੁਰੂ ਸਾਹਿਬ ਜੀ ਦੇ ਇਸ ਹੁਕਮ ਸਦਕਾ
ਅੱਜ ਤੱਕ ਪੰਜ ਪਿਆਰੇ ਜਦੋਂ ਸਿੱਖ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਖਾਲਸਾ ਰੂਪ ਦਿੰਦੇ ਹਨ ਅਤੇ ਗੁਰੂ ਮਰਿਆਦਾ ਦੱਸਦੇ ਹਨ, ਨਾਲ ਹੀ ਇਹ ਕਹਿੰਦੇ ਹਨ ਕਿ ਅੱਜ ਤੋਂ ਉਹਨਾਂ ਦੇ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਮਾਤਾ ਸਾਹਿਬ ਕੌਰ ਜੀ ਹਨ ਅਤੇ ਉਹਨਾਂ ਦਾ ਜਨਮ ਸ੍ਰੀ ਅਨੰਦਪੁਰ ਸਾਹਿਬ ਸ਼ਹਿਰ ਦਾ ਹੈ। ਜਦੋਂ 1704 ਈਸਵੀ ਨੂੰ ਗੁਰੂ ਪਰਿਵਾਰ ਸ੍ਰੀ ਅਨੰਦਪੁਰ ਸਾਹਿਬ ਛੱਡ ਕੇ ਸਰਸਾ ਨਦੀ ਦੇ ਕੰਢੇ ਪਹੁੰਚਿਆ ਤਾਂ ਚੁਫੇਰਿਓਂ ਦੁਸ਼ਮਣਾਂ ਦੇ ਹਮਲੇ ਨੂੰ ਦੇਖਦਿਆਂ ਰਾਤ ਦੇ ਹਨੇਰੇ ਵਿੱਚ ਪਰਿਵਾਰ ਸਰਸਾ ਨਦੀ ਪਾਰ ਕਰਦਿਆਂ ਕਈ ਹਿੱਸਿਆਂ ਵਿੱਚ ਵੰਡਿਆ ਗਿਆ। ਚਾਵਾਂ ਮਲਾਰਾਂ ਤੇ ਲਾਡਾਂ ਮਲਾਰਾਂ ਨਾਲ ਪਲੇ ਤੇ ਸੁਖੀ ਜੀਵਨ ਗੁਜ਼ਾਰਨ ਵਾਲੇ ਮਾਤਾ ਸਾਹਿਬ ਕੌਰ ਜੀ ਤੇ ਮਾਤਾ ਸੁੰਦਰ ਕੌਰ ਜੀ ਲਈ ਪੋਹ ਦੀ ਕੜਾਕੇ ਭਰੀ ਠੰਡ, ਸਰਸਾ ਨਦੀ ਵਿੱਚ ਆਏ ਹੜ੍ਹ ਅਤੇ ਪਿੱਛਾ ਕਰਦੇ ਵੈਰੀਆਂ ਕਾਰਨ ਇੱਕ ਕਹਿਰ ਭਰਿਆ ਦਿਨ ਸੀ। ਇਸ ਭਿਆਨਕ ਵਾਤਾਵਰਣ ਵਿੱਚ ਉਹਨਾਂ ਨੇ ਸਿੱਖਾਂ ਦੀ ਮਦਦ ਨਾਲ ਨਦੀ ਪਾਰ ਕੀਤੀ ਤੇ ਉਹ ਅੱਗੋਂ ਕਿੱਧਰ ਜਾਣ ਬਾਰੇ ਸੋਚ ਰਹੇ ਸਨ ਕਿ ਇੱਕ ਸਿੱਖ ਧੰਨਾ ਸਿੰਘ ਉੱਥੇ ਆ ਗਿਆ। ਉਹ ਸੈਦ ਬਰਾਦਰੀ ਨਾਲ ਸੰਬੰਧ ਰੱਖਦਾ ਸੀ। ਉਸਨੇ ਗੁਰੂ ਜੀ ਤੋਂ ਸੇਵਾ ਦੀ ਮੰਗ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਤੁਸੀਂ ਦੋਵੇਂ ਮਹਿਲਾਂ ਨੂੰ ਆਪਣੇ ਨਾਲ ਰੋਪੜ ਲੈ ਜਾਓ ਅਤੇ ਠੀਕ ਸਮਾਂ ਦੇਖ ਕੇ ਇਹਨਾਂ ਨੂੰ ਦਿੱਲੀ ਪਹੁੰਚਾਉਣ ਦਾ ਪ੍ਰਬੰਧ ਕਰਨਾ। ਇੱਕ ਰਾਤ ਰੋਪੜ ਠਹਿਰ ਕੇ ਦੂਜੇ ਦਿਨ ਉਹ ਸਾਰੇ ਇੱਕ ਬੈਲ ਗੱਡੀ ਲੈ ਕੇ ਉਸ ਵਿੱਚ ਮਾਤਾਵਾਂ ਮਾਤਾ ਸੁੰਦਰ ਕੌਰ ਜੀ ਤੇ ਮਾਤਾ ਸਾਹਿਬ ਕੌਰ ਜੀ ਅਤੇ 2 ਦਾਸੀਆਂ ਤੇ ਭਾਈ ਮਨੀ ਸਿੰਘ ਸਮੇਤ ਦਿੱਲੀ ਵੱਲ ਚੱਲ ਪਏ। ਕੁਝ ਇਤਿਹਾਸਕ ਲਿਖਤਾਂ ਅਨੁਸਾਰ 1704 ਵਿੱਚ ਗੁਰੂ ਜੀ ਤੇ ਮੁਗਲ ਸਰਕਾਰ ਵਿਚਕਾਰ ਚੱਲ ਰਹੀ ਗੱਲਬਾਤ ਦੌਰਾਨ ਮੁਗਲ ਬਾਦਸ਼ਾਹ ਨੇ ਗੁਰੂ ਜੀ ਨੂੰ ਦਿੱਲੀ ਦੇ 2 ਸਿੱਖਾਂ ਰਾਹੀਂ ਸੁਨੇਹਾ ਭੇਜਿਆ ਕਿ ਤੁਸੀਂ ਗੱਲਬਾਤ ਲਈ ਆਪਣੇ ਪ੍ਰਤੀਨਿਧ ਦਿੱਲੀ ਭੇਜੋ। ਸਬੰਧਤ ਮਸਲਿਆਂ ਦੇ ਨਿਪਟਾਰੇ ਲਈ ਗੱਲਬਾਤ ਕੀਤੀ ਜਾ ਸਕੇ। ਇਹ ਸੁਨੇਹਾ ਲਿਆਉਣ ਵਾਲੇ ਸਰਸਾ ਨਦੀ ਦੇ ਕੰਢੇ ਹੀ ਗੁਰੂ ਜੀ ਨੂੰ ਮਿਲੇ ਤੇ ਉਹਨਾਂ ਹਕੂਮਤ ਨਾਲ ਗੱਲਬਾਤ ਲਈ ਦੋਵੇਂ ਮਾਤਾਵਾਂ ਤੇ ਭਾਈ ਮਨੀ ਸਿੰਘ ਨੂੰ ਦਿੱਲੀ ਭੇਜਣ ਦੀ ਆਗਿਆ ਕੀਤੀ ਤੇ ਹੁਕਮ ਕੀਤਾ ਕਿ ਭਾਈ ਮਨੀ ਸਿੰਘ ਹਕੂਮਤ ਨਾਲ ਗੱਲਬਾਤ ਕਰਨਗੇ ਤੇ ਮਾਤਾਵਾਂ ਕਿਸੇ ਸਮਝੌਤੇ ਤੇ ਮੋਹਰ ਲਾਉਣਗੀਆਂ, ਪਰ ਉਹ ਰਾਜ ਦਰਬਾਰ ਵਿੱਚ ਨਹੀਂ ਜਾਣਗੀਆਂ। ਇਸ ਅਨੁਸਾਰ ਹੀ ਗੁਰੂ ਜੀ ਨੇ ਸਰਸਾ ਨਦੀ ਪਾਰ ਕਰਕੇ ਮਾਤਾਵਾਂ ਨੂੰ ਦਿੱਲੀ ਪਹੁੰਚਾਉਣ ਦਾ ਆਦੇਸ਼ ਦਿੱਤਾ। ਗੁਰਪ੍ਰਣਾਲੀ ਕਿਰਤ ਕਵੀ ਗੁਲਾਬ ਸਿੰਘ ਅਨੁਸਾਰ ਦੋਵੇਂ ਮਾਤਾਵਾਂ ਪਹਿਲਾਂ ਦਿੱਲੀ ਵਿੱਚ ਇੱਕ ਸਿੱਖ ਦੇ ਘਰ ਪੰਡਤ ਕੂਚਾ ਪਿੱਪਲ ਵਾਲੀ ਗਲੀ ਵਿੱਚ ਠਹਿਰੀਆਂ ਤੇ ਫਿਰ ਅਜਮੇਰੀ ਗੇਟ ਨੇੜੇ ਕੂਚਾ ਦਿਲਵਾਲੀ ਸਿੰਘ ਵਿੱਚ ਰਿਹਾਇਸ਼ ਰੱਖੀ। ਇੱਥੇ ਸਿੱਖ ਸੰਗਤਾਂ ਮਾਤਾਵਾਂ ਦੇ ਦਰਸ਼ਨ ਕਰਨ ਲਈ ਆਉਣ ਲੱਗ ਪਈਆਂ। ਮਾਤਾਵਾਂ ਨੂੰ ਖੁੱਲੀ ਥਾਂ ਦੀ ਲੋੜ ਸੀ, ਇਸ ਲਈ ਦਿੱਲੀ ਦੀ ਸਿੱਖ ਸੰਗਤ ਨੇ ਦਿੱਲੀ ਦੀ 4 ਦੀਵਾਰੀ ਤੋਂ ਬਾਹਰ ਤੁਰਕਮਾਨ ਗੇਟ ਦੇ ਸਾਹਮਣੇ ਖੁੱਲੀ ਥਾਂ ਖਰੀਦ ਕੇ ਉੱਥੇ ਮਾਤਾਵਾਂ ਦੀ ਰਿਹਾਇਸ਼ ਲਈ ਲਾਲ ਪੱਥਰ ਦੀ ਪੱਕੀ ਹਵੇਲੀ ਬਣਵਾ ਦਿੱਤੀ। ਅਗਲੇ 40 ਸਾਲ ਦੋਵੇਂ ਮਾਤਾਵਾਂ ਇਸੇ ਹਵੇਲੀ ਵਿੱਚ ਹੀ ਆਪਣੀ ਜਗਤ ਫੇਰੀ ਦੀ ਸੰਪੂਰਨਤਾ ਤੱਕ ਰਹੀਆਂ। ਅੱਜ ਕੱਲ ਉਸੇ ਹਵੇਲੀ ਦੇ ਸਥਾਨ ਤੇ ਸ਼ਾਨਦਾਰ ਗੁਰਦੁਆਰਾ ਮਾਤਾ ਸੁੰਦਰੀ ਜੀ ਬਣਿਆ ਹੋਇਆ ਹੈ। ਇਸ ਸਥਾਨ ਤੇ ਰਿਹਾਇਸ਼ ਰੱਖ ਕੇ ਇਹ ਮਾਤਾਵਾਂ ਗੁਰੂ ਜੀ ਤੋਂ ਪਿੱਛੋਂ ਖਾਲਸਾ ਪੰਥ ਦੀ ਹਰ ਸੰਕਟ ਸਮੇਂ ਅਗਵਾਈ ਕਰਦੀਆਂ ਰਹੀਆਂ। ਕੁਝ ਸਮੇਂ ਪਿੱਛੋਂ ਮਾਤਾਵਾਂ ਨੂੰ ਸੂਚਨਾ ਮਿਲੀ ਕਿ ਉਹਨਾਂ ਦੇ ਗੁਰਦੇਵ ਪਤੀ ਗੁਰੂ ਗੋਬਿੰਦ ਸਿੰਘ ਜੀ ਮਾਲਵੇ ਵਿੱਚ ਖਿਦਰਾਣੇ ਦੀ ਢਾਬ ਦੀ ਜੰਗ ਜਿੱਤ ਕੇ ਸਾਬੋ ਕੀ ਤਲਵੰਡੀ ਵਿੱਚ ਹਨ। ਤਾਂ ਇਹ ਦੋਵੇਂ ਭਾਈ ਮਨੀ ਸਿੰਘ ਨੂੰ ਨਾਲ ਲੈ ਕੇ ਦਰਸ਼ਨ ਕਰਨ ਤੇ ਬੀਤੇ ਸਮੇਂ ਦੇ ਸਮਾਚਾਰ ਜਾਣਨ ਲਈ ਦਿੱਲੀ ਤੋਂ ਸਾਬੋ ਕੀ ਤਲਵੰਡੀ ਵਰਤਮਾਨ ਦਮਦਮਾ ਸਾਹਿਬ ਦੇ ਅਸਥਾਨ ਤੇ ਪਹੁੰਚੀਆਂ। ਗੁਰਦੇਵ ਪਤੀ ਤੋਂ ਚਾਰੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਸਮਾਚਾਰ ਸੁਣ ਕੇ ਮਾਂ ਦਿਲ ਉਦਾਸ ਹੋ ਕੇ ਵਿਛੋੜੇ ਦੀ ਤੜਪ ਨਾਲ ਬਹਿਬਲ ਹੋ ਉੱਠਿਆ। ਤਾਂ ਗੁਰੂ ਜੀ ਨੇ ਮਾਤਾਵਾਂ ਨੂੰ ਧੀਰਜ ਦਿੱਤਾ ਅਤੇ ਜੋ ਬਚਨ ਆਖੇ ਉਹ ਇੱਕ ਕਵੀ ਅਨੁਸਾਰ ਇਸ ਤਰ੍ਹਾਂ ਹਨ।
ਚਾਰੇ ਲਾਲ ਤੁਹਾਡੇ ਤੋਰੇ ਹੱਥੀਂ ਬੰਨ ਸੇਰੇ, ਲਾੜੀ ਮੌਤ ਦੇ ਨਾਲ ਪਰਨਾ ਆਇਆ। ਸੀਗਾ ਕੌਣ ਤੁਹਾਡਾ ਅਤੇ ਕੌਣ ਮੇਰਾ, ਜਿਸ ਦੀ ਵਸਤੂ ਉਸ ਪਾਸ ਪਹੁੰਚਾ ਆਇਆ। ਮਾਤਾ ਸਾਹਿਬ ਕੌਰ ਜੀ ਦੀ ਇੱਛਾ ਸੀ ਕਿ ਉਹ ਇੱਥੇ ਹੀ ਗੁਰੂ ਜੀ ਦੀ ਸੇਵਾ ਵਿੱਚ ਰਹਿਣ, ਪਰ ਗੁਰੂ ਜੀ ਨੇ ਉਹਨਾਂ ਨੂੰ ਆਦੇਸ਼ ਦਿੱਤਾ ਕਿ ਜਿਸ ਕਾਰਜ ਦੀ ਪੂਰਤੀ ਲਈ ਤੁਹਾਨੂੰ ਦਿੱਲੀ ਭੇਜਿਆ ਗਿਆ ਸੀ, ਉਸ ਲਈ ਤੁਸੀਂ ਉੱਥੇ ਰਹਿ ਕੇ ਹੀ ਸੇਵਾ ਕਰੋ। ਇਸ ਤੇ ਦੋਵੇਂ ਮਾਤਾਵਾਂ ਮੁੜ ਦਿੱਲੀ ਆਪਣੀ ਹਵੇਲੀ ਵਿੱਚ ਆ ਗਈਆਂ। ਗੁਰੂ ਗੋਬਿੰਦ ਸਿੰਘ ਜੀ ਦੇ ਔਰੰਗਜ਼ੇਬ ਨੂੰ ਲਿਖੇ ਫਾਰਸੀ ਦੇ ਪੱਤਰ ਜ਼ਫਰਨਾਮੇ ਨੇ ਔਰੰਗਜ਼ੇਬ ਬਾਦਸ਼ਾਹ ਦੇ ਦਿਲ ਤੇ ਸਿੱਧਾ ਅਸਰ ਕੀਤਾ ਤੇ ਉਸ ਨੂੰ ਆਪਣੀਆਂ ਗਲਤੀਆਂ ਦਾ ਅਹਿਸਾਸ ਹੋਇਆ। ਭਾਈ ਦਇਆ ਸਿੰਘ ਰਾਹੀਂ ਬਾਦਸ਼ਾਹ ਨੇ ਦੱਖਣ ਤੋਂ ਹੀ ਗੁਰੂ ਜੀ ਨੂੰ ਸੱਦਾ ਦਿੱਤਾ ਕਿ ਉਹ ਮਿਲਣ ਲਈ ਆਉਣ। ਗੁਰੂ ਜੀ ਔਰੰਗਜ਼ੇਬ ਨੂੰ ਮਿਲਣ ਲਈ ਸਾਬੋ ਕੀ ਤਲਵੰਡੀ ਤੋਂ ਚੱਲ ਪਏ। ਇਹ ਗੱਲ 1707 ਦੇ ਮੁੱਢਲੇ ਦਿਨਾਂ ਦੀ ਹੈ। ਗੁਰੂ ਗੋਬਿੰਦ ਸਿੰਘ ਜੀ ਦੱਖਣ ਵੱਲ ਜਾਂਦਿਆਂ ਰਾਜਪੁਤਾਣੇ ਵਿੱਚੋਂ ਲੰਘ ਰਹੇ ਸਨ ਤਾਂ ਉਹਨਾਂ ਨੂੰ ਖਬਰ ਮਿਲੀ ਕਿ ਔਰੰਗਜ਼ੇਬ ਮਰ ਗਿਆ ਹੈ ਤੇ ਉਸ ਦੇ ਪੁੱਤਰਾਂ ਵਿਚਕਾਰ ਰਾਜ ਭਾਗ ਦੇ ਕਬਜ਼ੇ ਲਈ ਤਣਾਅ ਵੱਧ ਗਿਆ ਹੈ। ਬਹਾਦਰ ਸ਼ਾਹ ਗੁਰੂ ਜੀ ਦਾ ਪ੍ਰੇਮੀ ਤੇ ਮਿੱਤਰ ਸੀ। ਉਹਨੇ ਗੁਰੂ ਜੀ ਨੂੰ ਸੱਦਾ ਭੇਜਿਆ ਕਿ ਤੁਸੀਂ ਤੁਰੰਤ ਦਿੱਲੀ ਆਓ। ਇਸ ਤਰ੍ਹਾਂ ਗੁਰੂ ਜੀ ਰਾਜਪੁਤਾਣੇ ਤੋਂ ਹੀ ਦਿੱਲੀ ਵੱਲ ਆ ਗਏ। ਗੁਰੂ ਜੀ ਨਾਲ ਉਸ ਵੇਲੇ 500 ਸਿੰਘਾਂ ਦਾ ਘੋੜਸਵਾਰ ਜੱਥਾ ਸੀ। ਦਿੱਲੀ ਤੋਂ 5 ਕੁ ਮੀਲ ਬਾਹਰਵਾਰ ਗੁਰੂ ਜੀ ਦੇ ਸ਼ਰਧਾਲੂ ਮੋਤੀ ਸ਼ਾਹ ਦਾ ਪਿੰਡ ਸੀ, ਜਿਸ ਪਾਸ ਖੁੱਲੀ ਜ਼ਮੀਨ ਤੇ ਲੋੜੀਂਦੇ ਸਾਧਨ ਹੋਣ ਕਾਰਨ ਗੁਰੂ ਜੀ ਉਹਦੀ ਹਵੇਲੀ ਵਿੱਚ ਠਹਿਰ ਗਏ ਤੇ ਨਾਲ ਦੇ ਖੁੱਲੇ ਮੈਦਾਨ ਵਿੱਚ ਘੋੜਸਵਾਰ ਜੱਥੇ ਦੇ ਠਹਿਰਨ ਦਾ ਪ੍ਰਬੰਧ ਹੋ ਗਿਆ। ਇੱਥੋਂ ਹੀ ਗੁਰੂ ਜੀ ਨੇ ਤੀਰ ਛੱਡ ਕੇ ਬਹਾਦਰ ਸ਼ਾਹ ਨੂੰ ਲਾਲ ਕਿਲੇ ਵਿੱਚ ਆਪਣੇ ਪਹੁੰਚਣ ਦੀ ਸੂਚਨਾ ਦਿੱਤੀ। ਅੱਜ ਗੁਰੂ ਚਰਨਾਂ ਦੀ ਸ਼ੋਅ ਪ੍ਰਾਪਤ ਉਸ ਥਾਂ ਤੇ ਇਤਿਹਾਸਕ ਗੁਰਦੁਆਰਾ ਮੋਤੀ ਬਾਗ ਹੈ। ਇਹ ਗੁਰਦੁਆਰਾ ਨਵੀਂ ਦਿੱਲੀ ਵਿੱਚ ਰਿੰਗ ਰੋਡ ਤੇ ਸਥਿਤ ਹੈ। ਮਾਤਾ ਸਾਹਿਬ ਕੌਰ ਜੀ ਤੇ ਮਾਤਾ ਸੁੰਦਰ ਕੌਰ ਜੀ ਦਿੱਲੀ ਦੀ ਸਿੱਖ ਸੰਗਤ ਸਮੇਤ ਮੋਤੀ ਸ਼ਾਹ ਦੀ ਹਵੇਲੀ ਵਿੱਚ ਗੁਰੂ ਸਾਹਿਬ ਦੇ ਦਰਸ਼ਨ ਕਰਨ ਪਹੁੰਚੇ ਤੇ ਉਹਨਾਂ ਨੂੰ ਬੇਨਤੀ ਕੀਤੀ ਕਿ ਤੁਸੀਂ ਸਾਡੀ ਹਵੇਲੀ ਵਿੱਚ ਆ ਕੇ ਠਹਿਰੋ। ਪਰ ਗੁਰੂ ਜੀ ਨੇ ਸਮਝਾਇਆ ਕਿ ਉਹਨਾਂ ਨਾਲ ਘੋੜਸਵਾਰਾਂ ਦਾ ਜੋ ਵੱਡਾ ਜਥਾ ਹੈ ਉਸ ਨੂੰ ਉੱਥੇ ਨਹੀਂ ਠਹਿਰਾਇਆ ਜਾ ਸਕਦਾ। ਅਸੀਂ ਸਿੰਘਾਂ ਦੇ ਨਾਲ ਹੀ ਉੱਥੇ ਠਹਿਰਾਂਗੇ। ਜਦ ਸਮਾਂ ਮਿਲਿਆ ਤਾਂ ਆਉਂਦੇ ਜਾਂਦੇ ਤੁਹਾਡੇ ਨਿਵਾਸ ਅਸਥਾਨ ਤੇ ਹੋ ਜਾਵਾਂਗੇ। ਤੁਸੀਂ ਹਰ ਦੂਜੇ ਚੌਥੇ ਦਿਨ ਇੱਥੇ ਸੰਗਤ ਸਮੇਤ ਆਉਂਦੇ ਰਹਿਣਾ। ਬਹਾਦਰ ਸ਼ਾਹ ਨੇ ਗੁਰੂ ਜੀ ਦੀ ਮਦਦ ਨਾਲ ਦਿੱਲੀ ਦਾ ਰਾਜ ਭਾਗ ਸੰਭਾਲ ਲਿਆ। ਗੁਰੂ ਜੀ ਨੂੰ ਦਿੱਲੀ ਦਰਬਾਰ ਵਿੱਚ ਸੱਦ ਕੇ ਸਨਮਾਨਿਤ ਕੀਤਾ। ਸ੍ਰੀ ਅਨੰਦਪੁਰ ਸਾਹਿਬ ਵਿੱਚ ਹੋਏ ਨੁਕਸਾਨ ਬਦਲੇ 7 ਲੱਖ ਰੁਪਇਆ ਮੁਆਵਜ਼ਾ ਦੇਣ ਦਾ ਫੈਸਲਾ ਕੀਤਾ, ਪਰ ਗੁਰੂ ਜੀ ਨੇ ਉਹ ਰਕਮ ਲੈਣ ਤੋਂ ਇਨਕਾਰ ਕਰ ਦਿੱਤਾ ਤੇ ਬਹਾਦਰ ਸ਼ਾਹ ਨੂੰ ਕਿਹਾ ਕਿ ਸਿੱਖਾਂ ਨਾਲ ਮੁਗਲ ਰਾਜ ਵਿੱਚ ਜੋ ਅਤਿਆਚਾਰ ਹੋਏ ਹਨ ਉਹਨਾਂ ਦੇ ਜ਼ਿੰਮੇਵਾਰਾਂ ਨੂੰ ਪਹਿਲਾਂ ਸਜ਼ਾ ਦਿੱਤੀ ਜਾਏ ਤੇ ਜਨਤਾ ਦੀਆਂ ਹੋਰ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾਏ। ਭਾਈ ਨੰਦ ਲਾਲ ਰਾਹੀਂ ਇਹ ਰਕਮ ਮਾਤਾ ਸਾਹਿਬ ਕੌਰ ਜੀ ਨੂੰ ਦੇਣ ਦੀ ਪੇਸ਼ਕਸ਼ ਹੋਈ ਤਾਂ ਉਹਨਾਂ ਨਾ ਕਰ ਦਿੱਤੀ। ਇਤਿਹਾਸ ਵਿੱਚ ਲਿਖਿਆ ਮਿਲਦਾ ਹੈ ਕਿ ਨੰਦ ਲਾਲ, ਭਾਈ ਮਨੀ ਸਿੰਘ, ਸਾਹਿਬ ਸਿੰਘ ਤੇ ਮਾਤਾ ਸੁੰਦਰ ਕੌਰ ਨਾਲ ਸਲਾਹ ਕਰਕੇ ਇਹ ਰਕਮ ਲੈ ਲਈ ਗਈ। ਅੱਧੀ ਰਕਮ ਸਿੱਖ ਸੈਨਾ ਵਿੱਚ ਵੰਡੀ ਗਈ ਤੇ ਕੁਝ ਰਕਮ ਮਾਤਾ ਸੁੰਦਰ ਕੌਰ ਜੀ ਦੇ ਲੈ ਪਾਲਕ ਪੁੱਤਰ ਅਜੀਤ ਸਿੰਘ ਨੂੰ ਦੇ ਦਿੱਤੀ ਗਈ। ਜਦ ਗੁਰੂ ਜੀ ਨੂੰ ਇਸ ਗੱਲ ਦੀ ਇਤਲਾਹ ਮਿਲੀ ਤਾਂ ਉਹਨਾਂ ਇਸ ਫੈਸਲੇ ਨੂੰ ਚੰਗਾ ਨਾ ਸਮਝਿਆ ਤੇ ਇਸ ਉੱਪਰ ਅਸੰਤੁਸ਼ਟਤਾ ਪ੍ਰਗਟ ਕੀਤੀ। ਗੁਰੂ ਗੋਬਿੰਦ ਸਿੰਘ ਜੀ ਚਾਹੁੰਦੇ ਸਨ ਕਿ ਹਕੂਮਤ ਨਾਲ ਛੇਤੀ ਮਸਲਿਆਂ ਬਾਰੇ ਨਿਪਟਾਰਾ ਕਰਕੇ ਉਹ ਵਾਪਸ ਸ੍ਰੀ ਅਨੰਦਪੁਰ ਸਾਹਿਬ ਪਹੁੰਚ ਜਾਣ। ਡਾਕਟਰ ਗੰਡਾ ਸਿੰਘ ਦੇ ਸੰਪਾਦਿਤ ਕੀਤੇ ਹੁਕਮਨਾਮਿਆਂ ਤੋਂ ਇਹ ਸਪਸ਼ਟ ਹੈ। ਮਾਲਵੇ ਦੇ ਸਿੰਘਾਂ ਦੇ ਨਾਂ ਹੁਕਮਨਾਮਿਆਂ ਵਿੱਚ ਇਹ ਵੀ ਲਿਖਿਆ ਹੈ ਕਿ ਸ਼ਸਤਰਧਾਰੀ ਤਿਆਰ ਹੋ ਕੇ ਸਾਡੇ ਪਾਸ ਪਹੁੰਚਣ। ਜਦ ਬਹਾਦਰ ਸ਼ਾਹ ਨੂੰ ਇਸ ਦੀ ਇਤਲਾਹ ਮਿਲੀ ਤਾਂ ਉਹਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਬੇਨਤੀ ਕੀਤੀ
ਕਿ ਉਹਨੂੰ ਉੱਠ ਰਹੀ ਬਗਾਵਤ ਦਬਾਉਣ ਲਈ ਤੁਰੰਤ ਦੱਖਣ ਜਾਣਾ ਪੈ ਰਿਹਾ ਹੈ। ਇਸ ਲਈ ਤੁਸੀਂ ਨਾਲ ਚੱਲੋ ਤੇ ਰਸਤੇ ਵਿੱਚ ਤੁਹਾਡੀਆਂ ਸਮੱਸਿਆਵਾਂ ਬਾਰੇ ਗੱਲਬਾਤ ਕਰਕੇ ਕੋਈ ਹੱਲ ਕੱਢਿਆ ਜਾਵੇਗਾ। ਤੇ ਗੁਰੂ ਜੀ ਨੇ ਇਹ ਸੁਣ ਕੇ ਬਹਾਦਰ ਸ਼ਾਹ ਨਾਲ ਦੱਖਣ ਜਾਣ ਦਾ ਮਨ ਬਣਾ ਲਿਆ। ਮਾਤਾ ਸਾਹਿਬ ਕੌਰ ਜੀ ਨੂੰ ਪਤਾ ਲੱਗਾ ਤਾਂ ਉਹਨਾਂ ਗੁਰਦੇਵ ਪਤੀ ਨੂੰ ਬੇਨਤੀ ਕੀਤੀ ਕਿ ਸਾਨੂੰ ਵੀ ਨਾਲ ਲੈ ਚੱਲੋ। ਤੁਹਾਡੇ ਦਰਸ਼ਨ ਕਰਕੇ, ਬਚਨ ਸੁਣ ਕੇ ਤੇ ਸੇਵਾ ਵਿੱਚ ਆਪਣਾ ਸਮਾਂ ਲਾ ਕੇ ਸਾਨੂੰ ਆਤਮਕ ਤੇ ਮਾਨਸਿਕ ਖੁਸ਼ੀ ਪ੍ਰਾਪਤ ਹੁੰਦੀ ਹੈ। ਹੁਣ ਮਾਹੌਲ ਬਦਲ ਰਿਹਾ ਹੈ ਤੇ ਪਹਿਲੇ ਵਾਲੀ ਸੰਕਟ ਵਾਲੀ ਸਥਿਤੀ ਨਹੀਂ। ਗੁਰੂ ਜੀ ਨੇ ਮਾਤਾ ਸਾਹਿਬ ਕੌਰ ਜੀ ਨੂੰ ਦੱਖਣ ਵੱਲ ਨਾਲ ਲਿਜਾਣ ਦਾ ਆਦੇਸ਼ ਦਿੱਤਾ। ਕੁਝ ਸਾਖੀਕਾਰ ਲਿਖਦੇ ਹਨ ਕਿ ਮਾਤਾ ਸੁੰਦਰ ਕੌਰ ਜੀ ਨੂੰ ਦੱਖਣ ਵੱਲ ਨਾ ਲਿਜਾਣ ਦਾ ਫੈਸਲਾ ਕੀਤਾ। ਕੁਝ ਇਤਿਹਾਸਕਾਰਾਂ ਅਨੁਸਾਰ ਮਾਤਾ ਸੁੰਦਰ ਕੌਰ ਜੀ ਤੋਂ ਗੁਰੂ ਜੀ ਨਾ ਖੁਸ਼ ਸਨ। ਇਸ ਦੇ ਉਹ ਦੋ ਕਾਰਨ ਦੱਸਦੇ ਹਨ। ਇੱਕ, ਮਾਤਾ ਸੁੰਦਰ ਕੌਰ ਜੀ ਨੇ ਲੈ ਪਾਲਕ ਪੁੱਤਰ ਅਜੀਤ ਸਿੰਘ ਪਾਲ ਲਿਆ ਸੀ ਜੋ ਗੁਰੂ ਜੀ ਨੂੰ ਪਸੰਦ ਨਹੀਂ ਸੀ। ਦੂਜਾ, ਉਹਨਾਂ ਨੇ ਜੋ ਸਰਕਾਰੀ ਖਜ਼ਾਨੇ ਤੋਂ ਆਈ ਰਕਮ ਸਵੀਕਾਰ ਕਰ ਲਈ ਸੀ ਉਸ ਤੋਂ ਗੁਰੂ ਜੀ ਅਸੰਤੁਸ਼ਟ ਸਨ। ਕੁਝ ਇਤਿਹਾਸਕ ਲਿਖਤਾਂ ਵਿੱਚ ਸੰਕੇਤ ਹੈ ਕਿ ਪਹਿਲਾਂ ਸੌਂਪੀਆਂ ਜ਼ਿੰਮੇਵਾਰੀਆਂ ਪੂਰੀਆਂ ਕਰਨ ਲਈ ਮਾਤਾ ਸੁੰਦਰ ਕੌਰ ਜੀ ਨੂੰ ਦਿੱਲੀ ਰਹਿਣ ਦੀ ਆਗਿਆ ਹੋਈ। ਕਾਰਨ ਕੁਝ ਵੀ ਹੋਵੇ, ਇਹ ਇਤਿਹਾਸਕ ਸੱਚਾਈ ਹੈ ਕਿ ਕੇਵਲ ਮਾਤਾ ਸਾਹਿਬ ਕੌਰ ਜੀ ਨੂੰ ਹੀ ਨਾਲ ਦੱਖਣ ਜਾਣ ਦੀ ਆਗਿਆ ਮਿਲੀ। ਦੱਖਣ ਵੱਲ ਜਾਂਦਿਆਂ ਗੁਰੂ ਜੀ ਨੇ ਜਦ ਮਹਿਸੂਸ ਕੀਤਾ ਕਿ ਬਹਾਦਰ ਸ਼ਾਹ ਨੂੰ ਬਹੁਤੀ ਚਿੰਤਾ ਦੱਖਣ ਵੱਲ ਬਗਾਵਤ ਦਬਾਉਣ ਦੀ ਹੈ ਤੇ ਸਾਡੇ ਨਾਲ ਸਾਡੇ ਮਸਲਿਆਂ ਤੇ ਨਿਪਟਾਰੇ ਨੂੰ ਉਹ ਲਗਾਤਾਰ ਪਿੱਛੇ ਪਾਈ ਜਾ ਰਿਹਾ ਹੈ, ਤਾਂ ਗੁਰੂ ਜੀ ਬਹਾਦਰ ਸ਼ਾਹ ਨਾਲ ਅੱਗੇ ਜਾਣ ਦੀ ਥਾਂ ਨਾਂਦੇੜ ਠਹਿਰ ਗਏ। ਨਾਂਦੇੜ ਵਿੱਚ ਕਲਗੀਧਰ ਪਾਤਸ਼ਾਹ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਵੀ ਆਏ ਸਨ ਤੇ ਉੱਥੋਂ ਦੀ ਵਸੋਂ ਵਿੱਚ ਸਿੱਖ ਸੰਗਤ ਕਾਫੀ ਗਿਣਤੀ ਵਿੱਚ ਸੀ। ਨਾਂਦੇੜ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ 2-3 ਕੇਂਦਰ ਬਣ ਗਏ। ਇੱਕ ਤਾਂ ਸਿੱਖ ਸੈਨਿਕ ਜਥੇ ਦਾ ਕੇਂਦਰ ਸੀ ਤੇ ਦੂਜਾ ਸਥਾਨਕ ਸਿੱਖ ਸੰਗਤਾਂ ਦਾ ਸਵੇਰੇ ਸ਼ਾਮ ਕਥਾ ਕੀਰਤਨ ਤੇ ਗੁਰੂ ਸਾਹਿਬ ਦੇ ਇਲਾਹੀ ਬਚਨਾਂ ਦਾ ਵੱਖਰਾ ਕੇਂਦਰ ਸੀ। ਇੱਥੇ ਸਾਰਾ ਦਿਨ ਰੌਣਕਾਂ ਰਹਿੰਦੀਆਂ ਤੇ ਗੁਰੂ ਕਾ ਲੰਗਰ ਅਟੁੱਟ ਵਰਤਦਾ। ਇਸ ਲਈ ਉਹਨਾਂ ਨੇ ਮਾਤਾ ਸਾਹਿਬ ਕੌਰ ਜੀ ਲਈ ਇੱਕ ਵੱਖਰਾ ਅਸਥਾਨ ਬਣਵਾ ਦਿੱਤਾ ਤੇ ਆਗਿਆ ਕੀਤੀ ਕਿ ਤੁਸੀਂ ਇਸ ਸ਼ਾਂਤ ਤੇ ਇਕਾਂਤ ਥਾਂ ਤੇ ਆਪਣਾ ਸਮਾਂ ਭਜਨ ਬੰਦਗੀ ਵਿੱਚ ਬਿਤਾਇਆ ਕਰੋ। ਜੋ ਮਾਈ ਭਾਈ ਤੁਹਾਨੂੰ ਮਿਲਣ ਆਉਣ ਉਹਨਾਂ ਦੀ ਸੇਵਾ ਸੰਭਾਲ ਦਾ ਪ੍ਰਬੰਧ ਕਰੋ। ਕੁਝ ਸੇਵਾਦਾਰ ਤੇ ਸੇਵਾਦਾਰਨੀਆਂ ਮਾਤਾ ਜੀ ਪਾਸ ਰਹਿਣ ਲਈ ਇੰਤਜ਼ਾਮ ਕਰ ਦਿੱਤਾ ਗਿਆ। ਗੁਰੂ ਜੀ ਨੇ ਉਹਨਾਂ ਦੀ ਦਿਲੀ ਇੱਛਾ ਅਨੁਸਾਰ ਇਹ ਦਿਲਾਸਾ ਵੀ ਦਿੱਤਾ ਕਿ ਅਸੀਂ ਆਉਂਦੇ ਜਾਂਦੇ ਇਸ ਅਸਥਾਨ ਤੋਂ ਹੋ ਕੇ ਲੰਘਿਆ ਕਰਾਂਗੇ। ਨਾਂਦੇੜ ਵਿੱਚ ਜਿਸ ਅਸਥਾਨ ਤੇ ਮਾਤਾ ਜੀ ਰਹੇ ਉੱਥੇ ਅੱਜ ਕੱਲ੍ਹ ਸ਼ਾਨਦਾਰ ਗੁਰਦੁਆਰਾ ਮਾਤਾ ਸਾਹਿਬ ਕੌਰ ਜੀ ਬਣਿਆ ਹੋਇਆ ਹੈ। ਇਸ ਗੁਰਦੁਆਰੇ ਦਾ ਪ੍ਰਬੰਧ ਗੁਰਦੁਆਰਾ ਕਮੇਟੀ ਹਜ਼ੂਰ ਸਾਹਿਬ ਦੀ ਥਾਂ ਸੇਵਾ ਸੰਭਾਲ ਦਾ ਕੰਮ ਗੁਰੂ ਕੀਆਂ ਲਾਡਲੀਆਂ ਫੌਜਾਂ ਨਿਹੰਗ ਸਿੰਘ ਕਰ ਰਹੇ ਹਨ। ਸੰਨ 1708 ਈਸਵੀ ਦਾ ਅੱਧ ਬੀਤਣ ਪਿੱਛੋਂ ਗੁਰੂ ਗੋਬਿੰਦ ਸਿੰਘ ਜੀ ਨੇ 4 ਮਹੱਤਵਪੂਰਨ ਫੈਸਲੇ ਕੀਤੇ। ਸਭ ਤੋਂ ਪਹਿਲਾਂ ਮਾਧੋ ਦਾਸ ਬੈਰਾਗੀ ਨੂੰ ਗੋਦਾਵਰੀ ਕੰਢੇ ਉਹਦੇ ਡੇਰੇ ਜਾ ਕੇ ਸਮਝਾਇਆ ਤੇ ਬੈਰਾਗੀਪੁਣਾ ਛੱਡ ਕੇ ਸਿੰਘ ਸੱਜਣ ਲਈ ਤਿਆਰ ਕਰ ਲਿਆ। ਉਸ ਬੈਰਾਗੀ ਤੋਂ ਬੰਦਾ ਸਿੰਘ ਬਣੇ ਵਿਅਕਤੀ ਨੇ ਖਾਲਸੇ ਦੀ ਅਗਲੀ ਜੱਦੋ-ਜਹਿਦ ਦੀ ਕਮਾਨ ਸੰਭਾਲੀ। ਦੂਜਾ ਮਹੱਤਵਪੂਰਨ ਫੈਸਲਾ ਇਹ ਕੀਤਾ ਕਿ ਗੁਰੂ ਨਾਨਕ ਦੀ ਗੁਰਗੱਦੀ ਪੰਜ ਭੂਤਕ ਸਰੀਰ ਵਾਲੇ ਮਨੁੱਖ ਨੂੰ ਸੌਂਪਣ ਦੀ ਥਾਂ ਬਾਣੀ ਦੇ ਬੋਹਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੌਂਪ ਦਿੱਤੀ। ਗੁਰਮਤਿ ਦੇ ਇਸ ਫੈਸਲੇ ਨੂੰ ਦਸਮੇਸ਼ ਪਿਤਾ ਨੇ ਅਮਲੀ ਰੂਪ ਦਿੱਤਾ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰੂ ਜੀ ਦੇ ਇਸ ਫੈਸਲੇ ਦੀ ਚਸ਼ਮਦੀਦ ਗਵਾਹ ਮਾਤਾ ਸਾਹਿਬ ਕੌਰ ਜੀ ਹਨ। ਗੁਰੂ ਗੋਬਿੰਦ ਸਿੰਘ ਜੀ ਨੇ ਗੁਰਿਆਈ
ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸੌਂਪਣ ਦਾ ਨਿਰਣਾ ਉਸ ਸਮੇਂ ਲਿਆ ਜਦੋਂ ਉਹਨਾਂ ਦੇ ਜੋਤੀ ਜੋਤ ਸਮਾਉਣ ਦਾ ਵਕਤ ਬਹੁਤ ਨੇੜੇ ਆ ਗਿਆ ਸੀ। ਅਗਲਾ ਮਹੱਤਵਪੂਰਨ ਫੈਸਲਾ ਮਾਤਾ ਸਾਹਿਬ ਕੌਰ ਜੀ ਦੇ ਭਵਿੱਖ ਬਾਰੇ ਸੀ। ਮਾਤਾ ਸਾਹਿਬ ਕੌਰ ਜੀ ਨੂੰ ਗੁਰਦੇਵ ਪਤੀ ਨੇ ਆਦੇਸ਼ ਦਿੱਤਾ ਕਿ ਤੁਸੀਂ ਦਿੱਲੀ ਜਾ ਕੇ ਮਾਤਾ ਸੁੰਦਰ ਕੌਰ ਜੀ ਪਾਸ ਪੰਥਕ ਕਾਰਜਾਂ ਵਿੱਚ ਸਹਾਇਤਾ ਕਰਨੀ। ਮਾਤਾ ਸਾਹਿਬ ਕੌਰ ਜੀ ਨੇ ਨਿਮਰਤਾ ਸਹਿਤ ਬੇਨਤੀ ਕੀਤੀ ਕਿ ਹੁਣ ਤਾਂ ਤੁਹਾਡੇ ਦਰਸ਼ਨ ਬਿਨਾਂ ਜਿਉਣਾ ਅਤੌਖਾ ਹੋਵੇਗਾ। ਇਤਿਹਾਸ ਵਿੱਚ ਲਿਖਿਆ ਮਿਲਦਾ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ 2-3 ਸ਼ਸਤਰ ਸਨ ਤੇ ਕੁਝ ਆਪਣੇ ਸ਼ਸਤਰ ਮਿਲਾ ਕੇ 5 ਸ਼ਸਤਰ ਮਾਤਾ ਸਾਹਿਬ ਕੌਰ ਜੀ ਨੂੰ ਦਿੱਤੇ ਤੇ ਫਰਮਾਇਆ ਕਿ ਇਹਨਾਂ ਸ਼ਸਤਰਾਂ ਦੀ ਸੇਵਾ ਸੰਭਾਲ ਕਰਨੀ। ਇਹਨਾਂ ਵਿੱਚੋਂ ਤੁਹਾਨੂੰ ਸਾਡੇ ਦਰਸ਼ਨ ਹੋਇਆ ਕਰਨਗੇ। ਸਿੱਖ ਸੰਗਤਾਂ ਨੂੰ ਇਹ ਦ੍ਰਿੜ ਕਰਵਾਉਣਾ ਕਿ ਦੇਹਧਾਰੀ ਗੁਰੂਆਂ ਦੀ ਪਰੰਪਰਾ ਸਮਾਪਤ ਹੋ ਗਈ ਹੈ ਤੇ ਹੁਣ ਤੋਂ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀ ਖਾਲਸਾ ਪੰਥ ਦੇ ਗੁਰੂ ਹਨ। ਭਾਈ ਸੰਤੋਖ ਸਿੰਘ ਅਨੁਸਾਰ ਇਸ ਸਮੇਂ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ 5 ਸ਼ਸਤਰ ਮੰਗਵਾਏ ਅਤੇ ਮਾਤਾ ਜੀ ਨੂੰ ਸੌਂਪ ਕੇ ਕਿਹਾ ਕਿ ਇਹ ਸ਼ਸਤਰ ਲੈ ਜਾਓ, ਇਹਨਾਂ ਦੀ ਪੂਜਾ ਕਰੋ, ਇਹਨਾਂ ਦੇ ਦਰਸ਼ਨ ਮੇਰੇ ਦਰਸ਼ਨ ਹੋਣਗੇ। ਇਹ ਸੰਭਾਲ ਕੇ ਰੱਖਣਾ ਤੇ ਪੰਜ ਪ੍ਰਧਾਨੀ ਖਾਲਸੇ ਦੇ ਸੰਕਲਪ ਨੂੰ ਦ੍ਰਿੜ ਕਰਕੇ ਰੱਖਣਾ। ਗੁਰੂ ਜੀ ਨੇ ਮਾਤਾ ਜੀ ਨੂੰ ਆਪਣੀ ਮੋਹਰ ਸਮਝ ਕੇ ਅਧਿਕਾਰ ਦਿੱਤਾ ਕਿ ਉਹ ਪੰਥ ਪ੍ਰਤੀ ਇਸ ਮੋਹਰ ਦੁਆਰਾ ਲੋੜ ਅਨੁਸਾਰ ਪੁੱਤਰਾਂ ਨਾਲ ਵਿਹਾਰ ਕਰ ਸਕਣਗੇ। ਗਿਆਨੀ ਹਰੀ ਸਿੰਘ ਚੰਡੀਗੜ੍ਹ ਲਿਖਦੇ ਹਨ ਕਿ ਗੁਰੂ ਜੀ ਨੇ ਇਸ ਸਮੇਂ 2 ਪਾਲਕੀਆਂ ਮੰਗਵਾਈਆਂ, ਇੱਕ ਵਿੱਚ ਸ਼ਸਤਰਾਂ ਨੂੰ ਰੱਖਿਆ ਤੇ ਦੂਜੀ ਪਾਲਕੀ ਵਿੱਚ ਮਾਤਾ ਸਾਹਿਬ ਕੌਰ ਜੀ ਨੂੰ ਬਿਠਾਇਆ। ਚੱਲਣ ਤੋਂ ਪਹਿਲਾਂ ਮਾਤਾ ਜੀ ਤੇ ਸੰਗਤ ਨੇ ਆਖਰੀ ਦਰਸ਼ਨ ਕਰਕੇ ਅੰਤਮ ਅਰਦਾਸਾ ਸੋਧਿਆ। ਮਾਤਾ ਸਾਹਿਬ ਕੌਰ ਜੀ ਨੇ ਸੇਜਲ ਨੇਤਰਾਂ ਨਾਲ ਗੁਰੂ ਜੀ ਤੋਂ ਅੰਤਮ ਵਿਦਾਇਗੀ ਲਈ ਤੇ ਮਨ ਤੇ ਹਿਰਦੇ ਨੂੰ ਸਦਾ ਲਈ ਚਰਨਾਂ ਨਾਲ ਜੋੜ ਲਿਆ। ਇਸ ਤਰ੍ਹਾਂ ਚੇਤ ਦੀ ਸੰਗਰਾਂਦ ਸੰਮਤ 1765-1708 ਈਸਵੀ ਨੂੰ ਮਾਤਾ ਜੀ ਗੁਰੂਪਤੀ ਦਾ ਦਿਲ ਵਿੱਚ ਨਿਵਾਸ ਕਰਕੇ ਸੀਲ ਸੰਜਮ ਜੀਵਨ ਦੇ ਪ੍ਰਤੀਕ ਬਣ ਕੇ ਦਿੱਲੀ ਨੂੰ ਚੱਲ ਪਏ। ਦਿੱਲੀ ਪਹੁੰਚ ਕੇ ਮਾਤਾ ਸੁੰਦਰ ਕੌਰ ਜੀ ਨੂੰ ਦੱਖਣ ਦੇ ਸਫ਼ਰ ਨਾਂਦੇੜ ਵਿੱਚ ਗੁਰੂ ਸਾਹਿਬ ਦੇ ਕੌਤਕਾਂ ਬਾਰੇ ਬਿਆਨ ਕੀਤਾ। ਇੱਕ ਪਲੰਗ ਤੇ ਗੁਰੂ ਸਾਹਿਬ ਵੱਲੋਂ ਬਖਸ਼ੇ 5 ਸ਼ਸਤਰ ਸਜਾਏ। ਮਾਤਾ ਜੀ ਨੇ ਸੰਗਤ ਨੂੰ ਦੱਸਿਆ ਕਿ ਗੁਰੂ ਜੀ ਦਾ ਹੁਕਮ ਹੈ, ਜੋ ਕੋਈ ਇਹਨਾਂ ਸ਼ਸਤਰਾਂ ਦਾ ਅਦਬ ਤੇ ਸਤਿਕਾਰ ਨਾਲ ਦਰਸ਼ਨ ਕਰੇਗਾ ਉਸ ਨੂੰ ਮੇਰੇ ਹੀ ਦਰਸ਼ਨ ਹੋਣਗੇ। ਉਹਨਾਂ ਦੇ 5 ਪ੍ਰਧਾਨੀ ਖਾਲਸੇ ਤੇ ਸ਼ਬਦ ਗੁਰੂ ਦੇ ਅਸਰ ਤੇ ਅਟਲ ਸਰੂਪ ਦੀ ਸੋਝੀ ਦਿੱਤੀ। ਮਾਤਾ ਸਾਹਿਬ ਕੌਰ ਜੀ ਆਮ ਤੌਰ ਤੇ ਅਕਾਲ ਪੁਰਖ ਨਾਲ ਲਿਵ ਜੋੜ ਗੁਰੂ ਚਰਨਾਂ ਨਾਲ ਬਿਰਤੀ ਲਾ ਕੇ ਸ਼ਸਤਰਾਂ ਵਾਲੇ ਪਲੰਗ ਕੋਲ ਹੀ ਬੈਠੇ ਰਹਿੰਦੇ ਸਨ। ਉਹ ਜਪ ਤਪ ਦੇ ਜੀਵਨ ਵਿੱਚ ਲੀਨ ਰਹਿੰਦੇ ਸਨ ਤੇ ਖਾਣਾ ਪੀਣਾ ਬਹੁਤ ਘਟਾ ਲਿਆ। ਸਤਿਗੁਰੂ ਦੀ ਦਿਵ ਮੂਰਤ ਉਹਨਾਂ ਦੇ ਹਿਰਦੇ ਵਿੱਚ ਟਿਕ ਗਈ ਸੀ ਤੇ ਉਹ ਮਹਾਰਾਜ ਦੇ ਸੰਦੇਸ਼ ਸੁਣਨ ਲਈ ਇਕਾਗਰ ਚਿੱਤ ਰਹਿੰਦੇ ਸਨ। ਭਾਈ ਸੰਤੋਖ ਸਿੰਘ ਤੇ ਭਾਈ ਕਾਨ ਸਿੰਘ ਨਾਭਾ ਅਨੁਸਾਰ ਇੱਕ ਦਿਨ ਮਾਤਾ ਸੁੰਦਰ ਕੌਰ ਜੀ ਦਾ ਲੈ ਪਾਲਕ ਪੁੱਤਰ ਅਜੀਤ ਸਿੰਘ ਇਹਨਾਂ ਦੇ ਨਿਵਾਸ ਸਥਾਨ ਤੇ ਆਇਆ ਤੇ ਉਹਨੇ ਗੁਰੂ ਸਾਹਿਬ ਦੇ ਸ਼ਸਤਰ ਪਲੰਗ ਤੋਂ ਚੁੱਕ ਕੇ ਆਪਣੇ ਸਰੀਰ ਤੇ ਸਜਾ ਲਏ। ਦੋਹਾਂ ਮਾਤਾਵਾਂ ਨੇ ਸਿੱਖਾਂ ਦੇ ਰੌਲਾ ਪਾਉਣ ਤੇ ਆ ਕੇ ਉਹਨੂੰ ਸਮਝਾਉਣ ਦਾ ਯਤਨ ਕੀਤਾ, ਪਰ ਉਹ ਬਾਜ਼ ਨਾ ਆਇਆ। ਮਾਤਾ ਸਾਹਿਬ ਕੌਰ ਜੀ ਨੇ ਉਹਨੂੰ ਸ਼ਰਾਪ ਦਿੱਤਾ ਕਿ ਗੁਰੂ ਸਾਹਿਬ ਦੇ ਹੁਕਮ ਦੀ ਉਲੰਘਣਾ ਕਰਨ ਵਾਲੇ ਦਾ ਬੁਰਾ ਹਾਲ ਹੋਵੇਗਾ। ਹਾਜ਼ਰ ਸਿੰਘਾਂ ਨੂੰ ਕਿਹਾ ਕਿ ਇਸ ਅਭਿਮਾਨੀ ਤੋਂ ਸ਼ਸਤਰ ਲਏ ਜਾਣ। ਇਉਂ ਮਾਤਾਵਾਂ ਨੇ ਉਸ ਨੂੰ ਫਿਟਕਾਰ ਕੇ ਕੱਢ ਦਿੱਤਾ। ਉਸ ਨੇ ਗੁੱਸੇ ਵਿੱਚ ਆ ਕੇ ਕੇਸ ਕਤਲ ਕਰਵਾ ਦਿੱਤੇ। ਫਿਰ ਕੁਝ ਸਮੇਂ ਪਿੱਛੋਂ ਸਮੇਂ ਦੀ ਹਕੂਮਤ ਨੇ ਹਾਥੀ ਦੇ ਪੈਰਾਂ ਹੇਠ ਰੋਂਦ ਕੇ ਉਸ ਨੂੰ ਮੌਤ ਦੀ ਸਜ਼ਾ ਦਿੱਤੀ। ਪੰਜਾਬ ਵਿੱਚ ਬਹਾਦਰ ਸ਼ਾਹ ਬੰਦਾ ਸਿੰਘ ਬਹਾਦਰ ਦੀ ਚੜ੍ਹਤ ਦੇਖ ਕੇ ਸਿੱਖ ਵਿਰੋਧੀ ਹੋ ਗਿਆ ਤੇ ਸਿੱਖਾਂ ਤੇ ਜ਼ੁਲਮਾਂ ਦਾ ਨਵਾਂ ਚੱਕਰ ਚੱਲ ਪਿਆ। ਇਤਿਹਾਸ ਵਿੱਚ ਲਿਖਿਆ ਹੈ ਕਿ ਕੁਝ ਸਮਾਂ ਮਾਤਾਵਾਂ ਨੂੰ ਕੈਦ ਕਰ ਰੱਖਿਆ ਸੀ ਕਿਉਂਕਿ ਉਹਨਾਂ ਬੰਦਾ ਸਿੰਘ ਵਿਰੁੱਧ ਹੁਕਮਨਾਮਾ ਜਾਰੀ ਕਰਨ
ਜਾਂ ਉਸ ਨੂੰ ਉਸ ਦੀਆਂ ਸਰਗਰਮੀਆਂ ਨੂੰ ਰੋਕਣ ਤੋਂ ਇਨਕਾਰ ਕਰ ਦਿੱਤਾ ਸੀ। ਬਦਲੇ ਹੋਏ ਹਾਲਾਤ ਵਿੱਚ ਦੋਵੇਂ ਮਾਤਾਵਾਂ ਨੂੰ 2 ਵਾਰ ਦਿੱਲੀ ਛੱਡ ਕੇ ਮਥੁਰਾ ਤੇ ਰਾਜਪੁਤਾਨੇ ਜਾਣਾ ਪਿਆ। ਦਿੱਲੀ ਤੋਂ ਬਾਹਰ ਜਾਣ ਤੋਂ ਪਹਿਲਾਂ ਮਾਤਾਵਾਂ ਗੁਰੂ ਸਾਹਿਬ ਦੇ ਸ਼ਸਤਰ ਜਵਾਹਰ ਸਿੰਘ ਦੀ ਹਵੇਲੀ ਵਿੱਚ ਸੁਰੱਖਿਅਤ ਰੱਖ ਕੇ ਗਈਆਂ। ਵਾਪਸ ਦਿੱਲੀ ਆ ਕੇ ਫਿਰ ਆਪਣੇ ਨਿਵਾਸ ਸਥਾਨ ਤੇ ਪਹਿਲੇ ਵਾਂਗ ਸਜਾ ਲਏ। ਭਾਈ ਸੰਤੋਖ ਸਿੰਘ ਦੀ ਰਚਨਾ ਸੂਰਜ ਪ੍ਰਕਾਸ਼ ਗ੍ਰੰਥ ਅਨੁਸਾਰ ਸੰਮਤ 1804 ਬਿਕਰਮੀ ਅਥਵਾ 1747 ਈਸਵੀ ਨੂੰ ਮਾਤਾ ਸੁੰਦਰ ਕੌਰ ਜੀ ਨੂੰ ਦੱਸਿਆ, ਸਾਡਾ ਸਰੀਰ ਅਕਾਲ ਪੁਰਖ ਦੀ ਬਖਸ਼ੀ ਉਮਰ ਭੋਗ ਚੁੱਕਿਆ ਹੈ। ਮੈਂ ਇਹ ਸਰੀਰ ਛੱਡ ਕੇ ਗੁਰੂਪਤੀ ਦੇ ਚਰਨਾਂ ਵਿੱਚ ਜਾ ਰਹੀ ਹਾਂ। ਮੇਰੇ ਸਰੀਰ ਦਾ ਅੰਤਮ ਸੰਸਕਾਰ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਪਵਿੱਤਰ ਅਸਥਾਨ ਬਾਲਾ ਸਾਹਿਬ ਵਿੱਚ ਕੀਤਾ ਜਾਵੇ। ਮਾਤਾ ਸਾਹਿਬ ਕੌਰ ਜੀ ਨੇ ਸਵੇਰੇ ਉੱਠ ਕੇ ਨਿਤ ਕਿਰਿਆ ਕਰਕੇ ਇਸ਼ਨਾਨ ਕੀਤਾ ਤੇ ਪਾਠ ਕਰਕੇ ਗੁਰੂ ਸਾਹਿਬ ਦੇ ਸ਼ਸਤਰਾਂ ਦੀ ਪੂਜਾ ਕਰਕੇ ਸ਼ਸਤਰਾਂ ਨੂੰ ਪਰਸ ਕੇ ਆਪ ਪਲੰਗ ਦੇ ਪਾਸ ਹੀ ਚਾਦਰ ਤਾਣ ਕੇ ਲੇਟ ਗਏ ਤੇ ਸਦਾ ਲਈ ਸੌਂ ਗਏ। ਮਾਤਾ ਸੁੰਦਰ ਕੌਰ ਜੀ ਨੇ ਉਹਨਾਂ ਦੀ ਇੱਛਾ ਅਨੁਸਾਰ ਹੀ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਸੰਸਕਾਰ ਅਸਥਾਨ ਦੇ ਨੇੜੇ ਹੀ ਚਿਤਾ ਤਿਆਰ ਕਰਵਾਈ ਤੇ ਮਾਤਾ ਸਾਹਿਬ ਕੌਰ ਜੀ ਦਾ ਅੰਤਮ ਸੰਸਕਾਰ ਕੀਤਾ। ਅੰਗੀਠਾ ਸਮੇਟ ਕੇ ਇੱਕ ਗਾਗਰ ਵਿੱਚ ਰੱਖ ਕੇ ਉਸ ਥਾਂ ਦੱਬ ਕੇ ਉੱਪਰ ਥੜਾ ਬਣਵਾ ਦਿੱਤਾ। ਹੁਣ ਵੀ ਗੁਰਦੁਆਰਾ ਬਾਲਾ ਸਾਹਿਬ ਦੇ ਮੁੱਖ ਹਾਲ ਵਿੱਚ ਉਹ ਯਾਦਗਾਰ ਸਥਾਪਿਤ ਹੈ ਤੇ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।